हेलो स्टूडेंट्स, हाउ आर यू। वेलकम टू योर बॉटनी लैक्चर। बेटा ਆਪਾਂ पढ़ रहे ਸੀਗੇ ਲਾਈਟ ਦੇ ਵਿੱਚ ਹੁਣ ਨੈਕਸਟ ਫੈਕਟਰ ਪੜਾਂਗੇ ਫੋਟੋਮੋਰਫੋਜੈਨੇਸਿਸ। ਮੋਰਫੋਜੈਨੇਸਿਸ ਦਾ ਮੀਨਿੰਗ ਤੁਹਾਨੂੰ ਪਤਾ ਹੀ ਆ ਕਿ ਡਿਫਰੈਂਸੀਏਸ਼ਨ ਆਫ ਪਲਾਂਟ ਪਾਰਟਸ ਇਨ ਡਿਵੈਲਪਿੰਗ ਪਲਾਂਟ, ਉਹਨੂੰ ਕਹਿੰਦੇ ਆ ਮੋਰਫੋਜੈਨੇਸਿਸ। ਫੋਟੋ ਮੀਨਸ ਲਾਈਟ। ਹੁਣ ਲਾਈਟ ਵੀ ਇੱਕ ਇੰਪੋਰਟੈਂਟ ਫੈਕਟਰ ਆ ਜਿਹੜਾ ਗਰੋਥ, ਡਿਵੈਲਪਮੈਂਟ, ਟਿਸ਼ੂ ਡਿਫਰੈਂਸ਼ੀਏਸ਼ਨ 'ਚ ਪਾਰਟ ਰੋਲ ਪਲੇ ਕਰਦਾ ਆ। ਲਾਈਟ ਦੀ ਐਬਸੈਂਸ ਦੇ ਵਿੱਚ ਪਲਾਂਟ ਜਿਹੜੇ ਆ ਉਹ ਵੀਕ, ਸਿੱਕ ਦਿਖਦੇ ਆ, ਉਹਨਾਂ ਦੇ ਵਿੱਚ ਗਰੋਥ, ਮੈਟਾਬੋਲਿਜ਼ਮ ਜਿਹੜਾ ਉਹ ਪ੍ਰੋਪਰਲੀ ਨਹੀਂ ਹੁੰਦਾ ਹੈਗਾ। ਸੀਡਲਿੰਗ ਜਿਹੜੇ ਡਾਰਕਨੈਸ 'ਚ ਗਰੋ ਕਰਦੇ ਆ ਉਹਨਾਂ 'ਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਉਹ ਪੇਲ ਯੈਲੋ ਕਲਰ ਦੇ ਹੋ ਜਾਂਦੇ ਆ ਡਿਊ ਟੂ ਦਾ ਐਬਸੈਂਸ ਆਫ ਕਲੋਰੋਫਿਲ। ਉਹਨਾਂ ਦੀ ਲੁੱਕ ਚੇਂਜ ਹੋ ਜਾਂਦੀ ਆ, ਸਟੈਮ ਜਿਹੜੀ ਆ ਉਹ ਵੀਕ ਲੌਂਗ ਹੋ ਜਾਂਦੀ ਆ, ਇੰਟਰਨੋਡਸ ਜਿਹੜੇ ਆ ਲੰਬੇ ਹੋ ਜਾਂਦੇ ਆ, ਪੂਅਰ ਡਿਵੈਲਪਮੈਂਟ ਹੋ ਜਾਂਦਾ ਆ ਉਹਨਾਂ ਦੇ ਮਕੈਨੀਕਲ ਟਿਸ਼ੂਜ਼ ਦਾ, ਅਨਐਕਸਪੈਂਡਡ ਮਤਲਬ ਲੀਵਸ ਬਹੁਤ ਜ਼ਿਆਦੀਆਂ ਫੈਲੀਆਂ ਨਹੀਂ ਹੁੰਦੀਆਂ। डिफ्रेंसिएशन ऑफ पैलिसेड और स्पॉन्जी पेरेन्काइमा, दैन एब्सेंस ऑफ एंथोसायनिन पिगमेंट्स। तो इस तो इलावा इन्हां दे विच स्टोमैटा, क्यूटिकल हेयर, रूट सिस्टम जिहड़ा आ प्रॉपरली नहीं डेवलप हुंदा। तो इदां दी कंडीशन नूं कहंदे आ इटायोलेशन। ਹੁਣ ਇਟਾਇਓਲੇਸ਼ਨ ਜਿਹੜਾ ਆ ਇਹ ਫਿਨੋਮੀਨਾ ਹੁੰਦਾ ਆ ਗ੍ਰੀਨ ਪਲਾਂਟਸ ਦੇ ਵਿੱਚ ਜਿਹੜੇ ਡਾਰਕ ਦੇ ਵਿੱਚ ਗਰੋ ਕਰਦੇ ਆ। ਔਨ ਦਾ ਅਦਰ ਹੈਂਡ ਅਗਰ ਅਸੀਂ ਉਹ ਸੀਡਲਿੰਗਸ ਨੂੰ ਦੇਖੀਏ ਜਿਹੜੇ ਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਗਰੋ ਕਰਦੇ ਆ ਤਾਂ ਉਹ ਸਾਨੂੰ ਫਰੈਸ਼, ਸਟਰਡੀ ਮਤਲਬ ਐਕਟਿਵ, ਗ੍ਰੀਨ ਦਿਖਦੇ ਆ ਉਹਨਾਂ 'ਚ। ਹੁਣ ਉੱਪਰੋਂ ਸਾਰੇ ਆਪੋਜ਼ਿਟ ਕੰਡੀਸ਼ਨਸ ਇਹਦੇ ਵਿੱਚ ਹੁੰਦੀਆਂ ਕਿ ਇੰਟਰਨੋਡ ਸ਼ਾਰਟਰ, ਪੱਤੀਆਂ ਐਕਸਪੈਂਡਡ ਹੁੰਦੀਆਂ ਆ ਔਰ ਅਪੈਕਸ ਉਹਨਾਂ ਦੀ ਅਪਰਾਈਟ ਪੂਰੀ ਤਰ੍ਹਾਂ ਵਿਕਸਿਤ ਹੋਈ ਹੁੰਦੀ ਆ ਜਾਂ ਖੁੱਲ੍ਹੀ ਹੁੰਦੀ ਆ। ਇਹ ਆਪੋਜ਼ਿਟ ਇਫੈਕਟਸ ਜਦੋਂ ਪ੍ਰੈਕਟੀਕਲੀ ਇਹਨਾਂ ਨੂੰ ਪ੍ਰੂਵ ਕੀਤਾ ਤਾਂ ਸਿਰਫ ਔਰ ਸਿਰਫ ਲਾਈਟ ਦੇ ਕਾਰਨ ਸੀਗੇ, ਭਾਵੇਂ ਨਿਊਟ੍ਰੀਸ਼ਨਲ ਅਤੇ ਅਦਰ ਫੈਕਟਰਸ ਜਿਹੜੇ ਸੀ ਦੋਨਾਂ ਲਈ ਸੇਮ ਸੀਗੇ, ਡਾਰਕ ਔਰ ਲਾਈਟ 'ਚ ਗਰੋ ਕਰਨ ਵਾਲੇ ਸੀਡਲਿੰਗਸ। ਹੁਣ ਜਿਹੜਾ ਇਫੈਕਟ ਆਫ ਲਾਈਟ ਆ ਇਹ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਫੋਟੋਮੋਰਫੋਜੈਨੇਸਿਸ ਜਿਹੜਾ ਆ ਇਹ ਡਾਇਰੈਕਟ ਕੰਟਰੋਲ ਹੁੰਦਾ ਆ ਵਿੱਚ ਲਾਈਟ ਦੇ ਦੁਆਰਾ। ਲਾਈਟ ਹੀ ਡਿਫਰੈਂਸੀਏਸ਼ਨ ਜਿਹੜਾ ਆ ਪ੍ਰੋਪਰਲੀ ਕਰਦੀ ਹੈ। ਜਿਵੇਂ ਆਪਾਂ ਪੜ੍ਹਿਆ ਹੀ ਆ ਕਿ ਗਰੋਥ, ਡਿਵੈਲਪਮੈਂਟ, ਡਿਫਰੈਂਸੀਏਸ਼ਨ ਆਫ ਪਲਾਂਟਸ, ਇਹ ਸਾਰੇ ਜਿਹੜੇ ਆ ਡਿਪੈਂਡ ਕਰਦੇ ਆ ਔਨ ਲਾਈਟ। ਜੇ ਲਾਈਟ ਪ੍ਰੋਪਰ ਹੈਗੇ ਆ ਤਾਂ ਇਹ ਵੀ ਪ੍ਰੋਪਰਲੀ ਹੋਣਗੇ। ਤਾਂ ਕਰਕੇ ਆਪਾਂ ਕਹਿ ਦਈਦਾ ਕਿ ਫੋਟੋਮੋਰਫੋਜੈਨੇਸਿਸ ਲਾਈਟ ਦਾ ਡਾਇਰੈਕਟ ਰੋਲ ਆ। ਇਟ ਇਜ਼ ਮੀਡੀਏਟਡ ਬਾਈ ਪਿਗਮੈਂਟ ਪ੍ਰੋਟੀਨ ਕੰਪਲੈਕਸ ਕਾਲਡ ਫਾਈਟੋਕ੍ਰੋਮ। ਹੁਣ ਫੋਟੋਮੋਰਫੋਜੈਨੇਸਿਸ 'ਚ ਕੌਣ ਰੋਲ ਪਲੇ ਕਰਦਾ ਆ? ਇੱਕ ਪਿਗਮੈਂਟ ਜਿਹਨੂੰ ਆਪਾਂ ਕਹਿੰਦੇ ਆ ਫਾਈਟੋਕ੍ਰੋਮ। ਫਿਰ ਬੇਟਾ ਜਰਮੀਨੇਸ਼ਨ ਆਫ ਸੀਡਸ ਦੀ ਜੇ ਅਸੀਂ ਗੱਲ ਕਰੀਏ ਤਾਂ ਜਿਵੇਂ ਹੁਣ ਇਹ ਤੁਸੀਂ ਗੱਲ ਯਾਦ ਰੱਖਣੀ ਆ ਕਿ ਕੁਛ ਜਿਹੜੇ ਪਲਾਂਟਸ ਦੇ ਸੀਡਸ ਆ ਉਹ ਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਜਰਮੀਨੇਟ ਕਰਦੇ ਆ ਅਤੇ ਕੁਛ ਪਲਾਂਟਸ ਦੇ ਸੀਡਸ ਜਿਹੜੇ ਆ ਉਹਨਾਂ ਨੂੰ ਡਾਰਕ 'ਚ ਵੀ ਕੁਛ ਜਰਮੀਨੇਟ ਕਰਦੇ ਆ। ਹੁਣ ਕਈ ਜਿਹੜੇ ਪਲਾਂਟਸ ਹੈਗੇ ਆ, ਫੋਰ ਐਗਜ਼ਾਮਪਲ ਲੈਟਿਸ ਸਟਾਈਵਾ, ਇਹ ਲਾਈਟ ਸੈਂਸਿਟਿਵ ਆ ਔਰ ਟੋਟਲ ਡਾਰਕਨੈਸ ਦੇ ਵਿੱਚ ਕਈ ਸੀਡਸ ਜਿਹੜੇ ਬਿਲਕੁਲ ਵੀ ਜਰਮੀਨੇਟ ਨਹੀਂ ਕਰਦੇ, ਪਰ ਜੇ ਅਸੀਂ ਉਹਨਾਂ ਨੂੰ ਰੈੱਡ ਲਾਈਟ ਦੀ ਇੱਕ ਫਲੈਸ਼ ਵੀ ਦੇ ਦਈਏ ਤਾਂ ਉਹਦੇ ਵਿੱਚ 100% ਜਰਮੀਨੇਸ਼ਨ ਹੋ ਜਾਂਦਾ ਆ ਸੀਡਸ ਦੇ ਵਿੱਚ। ਤਾਂ ਇੱਦਾਂ ਦੇ ਸੀਡਸ ਜਿਨ੍ਹਾਂ ਨੂੰ ਲਾਈਟ ਚਾਹੀਦੀ ਹੁੰਦੀ ਆ ਫॉर ਜਰਮੀਨੇਸ਼ਨ, ਉਹਨਾਂ ਨੂੰ ਆਪਾਂ ਕਹਿੰਦੇ ਆ ਪੋਜ਼ੀਟਿਵ ਲਈ ਫੋਟੋਬਲਾਸਟਿਕ ਸੀਡਸ। ਇਹ ਇੰਪੋਰਟੈਂਟ ਹੈ, ਇਹਨੂੰ ਯਾਦ ਰੱਖਣਾ ਆ। ਫੋਰ ਐਗਜ਼ਾਮਪਲ ਲੈਕਟਿਕਾ ਸਟਾਈਵਾ, ਰਿਊਮੈਕਸ, ਇੱਕ ਅੱਧਾ ਕੋਈ ਐਗਜ਼ਾਮਪਲ ਤੁਸੀਂ ਯਾਦ ਰੱਖ ਲਿਓ। ਕਈ ਸੀਡਸ ਜਿਹੜੇ ਆ ਉਹ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਲਾਈਟ ਉਹਨਾਂ ਨੂੰ ਨਹੀਂ ਚਾਹੀਦੀ ਹੁੰਦੀ ਜਰਮੀਨੇਸ਼ਨ ਲਈ, ਇਹਨਾਂ ਨੂੰ ਆਪਾਂ ਕਹਿੰਦੇ ਹਾਂ ਨੈਗੇਟਿਵ ਫੋਟੋਬਲਾਸਟਿਕ ਸੀਡਸ। ਐਗਜ਼ਾਮਪਲ ਇੱਕ ਅੱਧਾ ਯਾਦ ਕਰ ਲਿਓ, ਫਲੌਕਸ ਵਗੈਰਾ।
ਫਿਰ ਜੇ ਅਸੀਂ ਗੱਲ ਕਰੀਏ ਪਲਾਂਟ ਮੂਵਮੈਂਟਸ ਦੀ, ਤਾਂ ਜਿਵੇਂ ਤੁਸੀਂ ਹੁਣ ਸਨਫਲਾਵਰ ਦਾ ਬੈਸਟ ਐਗਜ਼ਾਮਪਲ ਦੇਖਿਆ ਹੈ ਕਿ ਜਿੱਧਰ ਨੂੰ ਸੂਰਜ ਹੁੰਦਾ ਆ ਉੱਧਰ ਨੂੰ ਉਹ ਆਪਣਾ ਮੂੰਹ ਘੁਮਾ ਲੈਂਦਾ ਆ, ਤਾਂ ਇਹਨੂੰ ਆਪਾਂ ਕਹਿੰਦੇ ਆ ਪਲਾਂਟ ਮੂਵਮੈਂਟਸ। ਜੇ ਲਾਈਟ ਦੀ ਆ ਤਾਂ ਪਲਾਂਟ ਮੂਵਮੈਂਟਸ ਅਫੈਕਟਡ ਬਾਈ ਲਾਈਟ। ਹੁਣ ਲਾਈਟ ਇਨਫਲੂਐਂਸਸ ਪਲਾਂਟਸ ਤੇ ਪਲਾਂਟ ਪਾਰਟਸ ਬਾਈ ਕਾਜ਼ਿੰਗ ਡਿਫਰੈਂਟ ਕਾਈਂਡਸ ਆਫ ਮੂਵਮੈਂਟਸ, ਮੂਵਮੈਂਟ ਆਫ ਕਰਵੇਚਰ। ਹੁਣ ਕਈ ਜਿਹੜੀ ਆ ਪਲਾਂਟਸ ਦੀ ਪੱਤੀਆਂ ਹੋਈਆਂ ਜਾਂ ਸ਼ੂਟ ਹੋਇਆ, ਉਹ ਲਾਈਟ ਦੇ ਵੱਲ ਨੂੰ ਕਰਵ ਮਤਲਬ ਕਰਵਡ ਹੋ ਜਾਂਦਾ ਆ ਜਾਂ ਝੁਕ ਜਾਂਦਾ ਆ। ਅਤੇ ਉਹ ਹੁਣ ਕਈਆਂ ਦੀ ਜਿਹੜਾ ਲਾਈਟ ਵੱਲ ਨੂੰ ਝੁਕਦਾ ਆ, ਤਾਂ ਕਿਸੇ ਪਲਾਂਟ ਦੀ ਜਿਹੜੀ ਗਰੋਥ ਆ ਉਹ ਲਾਈਟ ਵੱਲ ਨੂੰ ਜ਼ਿਆਦਾ ਹੁੰਦੀ ਆ, ਦੂਸਰੇ ਸਾਈਡ ਤੋਂ ਘੱਟ ਰਹਿ ਜਾਂਦੀ ਆ, ਜਾਂ ਫਿਰ ਆਪੋਜ਼ਿਟ ਵਾਈਸ ਵਰਸਾ ਵੀ ਹੋ ਸਕਦਾ ਆ ਕਿ ਲਾਈਟ ਵੱਲ ਨੂੰ ਘੱਟ ਗਰੋਥ ਹੋ ਸਕਦੀ ਆ ਔਰ ਜਿੱਧਰ ਨੂੰ ਝੁਕਿਆ ਆ ਉੱਧਰ ਨੂੰ ਜ਼ਿਆਦਾ ਹੋ ਸਕਦੀ ਆ। ਇਹ ਵੇਰੀ ਕਰੂਗਾ ਪਲਾਂਟ ਟੂ ਪਲਾਂਟ। ਫਿਰ ਜੇ ਅਸੀਂ ਗੱਲ ਕਰੀਏ ਮੂਵਮੈਂਟ ਆਫ ਲਾਈਟ ਦੀ, ਤਾਂ ਸੌਰੀ ਪਲਾਂਟ ਮੂਵਮੈਂਟਸ ਦੀ, ਅਤੇ ਜਿਹੜੇ ਸਟੈਮ ਜਿਹੜੀ ਆ ਉਹ ਪੋਜ਼ੀਟਿਵਲੀ ਫੋਟੋਟ੍ਰੋਪਿਕ ਹੁੰਦੀ ਆ ਔਰ ਰੂਟਸ ਜਿਹੜੇ ਆ ਉਹ ਨੈਗੇਟਿਵਲੀ ਫੋਟੋਟ੍ਰੋਪਿਕ। ਲੀਵਸ ਜਿਹੜੇ ਆ ਉਹ ਟਰਾਂਸਵਰਸਲੀ ਫੋਟੋਟ੍ਰੋਪਿਕ ਆ, ਮਤਲਬ ਦੇ ਆਰ ਪਲੇਸਡ ਐਟ ਰਾਈਟ ਐਂਗਲ ਟੂ ਦਾ ਡਾਇਰੈਕਸ਼ਨ ਆਫ ਦਾ ਲਾਈਟ। ਜਿੱਧਰ ਨੂੰ ਲਾਈਟ ਹੁੰਦੀ ਆ ਉੱਧਰ ਰਾਈਟ ਐਂਗਲ 'ਤੇ ਉਹ ਡਿਵੈਲਪ ਹੁੰਦੀਆਂ ਆ। ਫੋਟੋਟ੍ਰੋਪਿਕ ਰਿਸਪੌਂਸਿਸ ਸੀਡਲਿੰਗਸ ਅਤੇ ਲੀਵਸ ਆਫ ਮੈਚਿਓਰ ਪਲਾਂਟਸ ਇਹ ਪੋਜੀਸ਼ਨਡ ਹੋ ਜਾਂਦੀਆਂ ਟੂ ਅਬਜ਼ਰਵ ਦਾ ਮੈਕਸੀਮਮ ਸਨ ਰੇਜ਼, ਮਤਲਬ ਉਸ ਪੋਜੀਸ਼ਨ 'ਤੇ ਹੁੰਦੀਆਂ ਜਿੱਥੇ ਉਹਨਾਂ ਨੂੰ ਮੈਕਸੀਮਮ ਸਨਲਾਈਟ ਮਿਲਦੀ ਆ, ਅਤੇ ਉਹ ਸਨਲਾਈਟ ਜਿਹੜੀ ਆ ਹੈਲਪਫੁਲ ਹੁੰਦੀ ਆ ਫॉर ਅਸਿਮੀਲੇਸ਼ਨ ਅਤੇ ਕੈਰੀ ਆਊਟ ਕਰਨ ਲਈ ਬਹੁਤ ਸਾਰੇ ਲਾਈਟ ਮੀਡੀਏਟਿਡ ਪ੍ਰੋਸੈਸਿਸ ਜਾਂ ਰਿਸਪੌਂਸਿਸ। ਹੁਣ ਫ੍ਰੀ ਲਿਵਿੰਗ ਆਰਗੈਨਿਜ਼ਮਸ ਦੀ ਮੂਵਮੈਂਟ ਟੂਵਰਡਸ ਔਰ ਅਵੇ ਫਰੋਮ ਲਾਈਟ, ਅਵੇ ਜਾਂ ਟੂਵਰਡਸ ਲਾਈਟ, ਉਹਨੂੰ ਆਪਾਂ ਕਹਿ ਦਿੰਦੇ ਹਾਂ ਫੋਟੋਟੈਕਸਿਸ। ਇਹ ਵੀ ਇੰਪੋਰਟੈਂਟ ਪ੍ਰੋਸੈਸ ਹੈ, ਇਹ ਤੁਸੀਂ ਯਾਦ ਰੱਖਣਾ ਆ, ਫੋਟੋਟੈਕਸਿਸ। ਫਿਰ ਯੂਨੀਸੈਲੂਲਰ ਆਰਗੈਨਿਜ਼ਮਸ ਜਿੱਦਾਂ ਕਲੈਮਾਈਡੋਮੋਨਾਸ ਹੋਇਆ, ਇਹ ਵਾਟਰ ਬਾਡੀ ਦੇ ਸਰਫੇਸ 'ਤੇ ਸ਼ਿਫਟ ਹੋ ਜਾਂਦੇ ਆ ਇਨ ਡਿਮ ਲਾਈਟ ਐਂਡ ਟੂ ਡੀਪ ਵਾਟਰ ਇਨ ਸਟਰੋਂਗ ਲਾਈਟ। ਇਹਨਾਂ ਤੋਂ ਲਾਈਟ ਬਰਦਾਸ਼ਤ ਨਹੀਂ ਹੁੰਦੀ ਹੈਗੀ। ਕਈ ਲੈਗਿਊਮਨਸ ਪਲਾਂਟਸ ਦੇ ਲੀਵਸ ਜਿਹੜੇ ਆ ਉਹ ਫੋਲਡ ਹੋ ਜਾਂਦੇ ਆ ਜਾਂ ਡਰੂਪ ਐਟ ਨਾਈਟ ਸ਼ੋਇੰਗ ਨਿਕਟੀਨਾਸਟਿਕ ਮੂਵਮੈਂਟਸ। ਨਿਕਟੀਨਾਸਟਿਕ ਮੂਵਮੈਂਟ ਕੀ ਆ? ਪਲਾਂਟਸ ਜਿਨ੍ਹਾਂ ਦੇ ਜਿਹੜੇ ਫੋਲਡ ਹੋ ਜਾਂਦੇ ਆ ਅਪ ਜਾਂ ਥੱਲੇ ਨੂੰ ਝੁਕ ਜਾਂਦੇ ਆ ਨਾਈਟ ਵੇਲੇ, ਉਹਨੂੰ ਕਹਿੰਦੇ ਆ ਨਿਕਟੀਨਾਸਟਿਕ ਮੂਵਮੈਂਟ। ਫਿਰ ਜੇ ਅਸੀਂ ਗੱਲ ਕਰੀਏ ਸਟ੍ਰੈਟੀਫਿਕੇਸ਼ਨ ਔਰ ਕੈਨੋਪੀ ਡਿਵੈਲਪਮੈਂਟ। ਸਟ੍ਰੈਟੀਫਿਕੇਸ਼ਨ ਕੀ ਹੈ ਬੇਟਾ? ਜਿੱਦਾਂ ਜੰਗਲ ਦੇ ਵਿੱਚ ਆਹ ਟਰੀ ਆ, ਫਿਰ ਆਹ ਟਰੀ ਆ, ਫਿਰ ਇਸ ਤਰ੍ਹਾਂ ਮੰਨ ਲਓ 5-7 ਟਰੀਜ਼ ਦੀ ਰੋਸ ਆ, ਛੋਟਾ ਵੱਡਾ ਵੱਡਾ ਵੱਡਾ, ਇਸ ਤਰ੍ਹਾਂ ਦਾ ਅਰੇਂਜਮੈਂਟ ਹੁੰਦਾ ਆ ਫੋਰੈਸਟ ਦੇ ਵਿੱਚ। ਜੇ ਤੁਸੀਂ ਜਾ ਕੇ ਦੇਖੋਗੇ ਇੱਥੇ ਹਰਬ ਹੋਣੇ ਆ, ਵਿੱਚ ਸ਼ਰਬ ਵੀ ਹੋ ਸਕਦੇ ਆ, ਫਿਰ ਹਰਬ ਹੈ ਨਾ, ਇਸ ਤਰ੍ਹਾਂ। ਹੁਣ ਜਿਹੜਾ ਸਭ ਤੋਂ ਲੰਬਾ ਟਰੀ ਆ ਉਹਨੂੰ ਸਭ ਤੋਂ ਜ਼ਿਆਦਾ ਸਨਲਾਈਟ ਮਿਲਣੀ ਆ, ਇਹਨੂੰ ਘੱਟ, ਫਿਰ ਇਹਨੂੰ ਘੱਟ, ਇਹਨੂੰ ਹੋਰ ਘੱਟ, ਇਹਨਾਂ ਨੂੰ ਬਿਲਕੁਲ ਹੀ ਘੱਟ ਮਾੜੀ ਮੋਟੀ ਮਿਲਣੀ। ਉਹ ਵੀ ਜੇ ਪੱਤੀਆਂ ਪੁੱਤੀਆਂ 'ਚੋਂ ਨਿਕਲ ਕੇ ਨੀਚੇ ਤੱਕ ਪਹੁੰਚੋਗੇ ਤਾਂ ਮਿਲਣੀ ਆ। ਤਾਂ ਇਹਨੂੰ ਕਹਿੰਦੇ ਸਟ੍ਰੈਟੀਫਿਕੇਸ਼ਨ 'ਚ ਵੀ ਰੋਲ ਪਲੇ ਕਰਦਾ ਆ ਲਾਈਟ। ਔਰ ਕੈਨੋਪੀ ਮਤਲਬ ਕਿ ਇੱਕ ਟਰੀ ਦੀ ਜਿੰਨਾ ਵੀ ਫੈਲੇ ਹੋਇਆ ਇਹਦੀ ਬ੍ਰਾਂਚਿਸ ਕਹਿ ਲਓ ਜਾਂ ਉੱਪਰੋਂ ਲੀਵਸ ਵਗੈਰਾ ਸਾਰੀਆਂ, ਜਿੰਨਾ ਕਹਿ ਲਓ ਬਰੋਡਰ ਹੋਏਗਾ ਟਰੀ, ਉਨੀ ਜ਼ਿਆਦਾ ਉਹਦੀ ਕੈਨੋਪੀ ਆ। ਅਤੇ ਤੁਸੀਂ ਜੰਗਲ 'ਚ ਦੇਖਿਆ ਹੋਣਾ ਕਿ ਹਰ ਟਰੀ ਇੱਦਾਂ ਇੱਕ ਦੂਸਰੇ ਨਾਲ ਜੁੜਿਆ ਹੁੰਦਾ ਆ, ਤਾਂ ਇਹਨੂੰ ਆਪਾਂ ਕਹਿ ਦਿੰਦੇ ਹਾਂ ਕੈਨੋਪੀ। ਇਹਨਾਂ 'ਚ ਇਹਦੇ ਲਈ ਵੀ ਲਾਈਟ ਰਿਸਪੋਂਸੀਬਲ ਆ ਫੋਰੈਸਟ ਦੇ ਵਿੱਚ। ਹੁਣ ਹਰਬਸ ਵਗੈਰਾ ਨੂੰ ਘੱਟ ਲਾਈਟ ਮਿਲਦੀ ਆ, ਟਾਲੈਸਟ ਟਰੀ ਨੂੰ ਫੁੱਲ ਲਾਈਟ ਮਿਲ ਜਾਣੀ ਆ, ਠੀਕ ਹੈ।
ਦੈਨ ਤੁਹਾਡਾ ਹੈਗਾ ਆ ਸੋਲਰਾਈਜੇਸ਼ਨ। ਹੁਣ ਸੋਲਰਾਈਜੇਸ਼ਨ ਆਪਾਂ ਪਹਿਲਾਂ ਵੀ ਪੜ੍ਹਿਆ ਆ ਕਿ ਫੋਟੋਸਿੰਥੇਸਿਸ ਲਈ ਜਿਹੜੀ ਲਾਈਟ ਆ ਉਹ ਵੈਰੀ ਵੈਰੀ ਇੰਪੋਰਟੈਂਟ ਆ। ਵਿਦਆਊਟ ਲਾਈਟ ਫੋਟੋਸਿੰਥੇਸਿਸ ਜਿਹੜਾ ਨਹੀਂ ਕੰਪਲੀਟ ਹੋਣਾ, ਔਰ ਫੋਟੋਸਿੰਥੇਸਿਸ ਨਹੀਂ ਹੋਇਆ ਤਾਂ ਆਬਵੀਅਸ ਹੈ ਕਿ ਨੈਕਸਟ ਜਿੰਨੇ ਵੀ ਹੈਗੇ ਆ ਜਿਹੜੇ ਇਹਨਾਂ 'ਤੇ ਡਿਪੈਂਡੈਂਟ ਆ, ਫੂਡ ਚੇਨ, ਫੂਡ ਵੈਬ, ਸਾਰਾ ਕੁਛ ਜਿਹੜਾ ਆ ਡਿਸਟਰਬਡ ਹੋ ਜਾਣਾ ਹੈ। ਦੈਨ ਓਪਨਿੰਗ ਐਂਡ ਕਲੋਜ਼ਿੰਗ ਆਫ ਸਟੋਮੈਟਾ ਜਿਹੜਾ ਆ ਉਹ ਵੀ ਲਾਈਟ ਨਾਲ ਹੀ ਅਫੈਕਟਡ ਆ। ਲਾਈਟ ਜਿਹੜੀ ਆ ਕਈ ਪਲਾਂਟਸ ਦੇ ਸਟੋਮੈਟਾ ਜਿਹੜੇ ਆ ਉਹ ਦਿਨ ਨੂੰ ਓਪਨ ਹੁੰਦੇ ਆ, ਕਈਆਂ ਦੇ ਵਿੱਚ ਰਾਤ ਨੂੰ ਓਪਨ ਹੁੰਦੇ ਆ। ਅਗਰ ਸਟੋਮੈਟਾ ਦਿਨ ਨੂੰ ਓਪਨ ਹੁੰਦੇ ਆ ਤਾਂ ਪ੍ਰੋਸੈਸ ਆਫ ਟਰਾਂਸਪੀਰੇਸ਼ਨ ਜਿਹੜਾ ਆ ਉਹ ਪ੍ਰੋਪਰ ਹੁੰਦਾ ਆ। ਦੈਨ ਅਸੀਂ ਗੱਲ ਕਰੀਏ ਹੀਲੀਓਫਾਈਟਸ ਅਤੇ ਸਾਇਓਫਾਈਟਸ। ਹੀਲੀਓ ਮੀਨਸ ਸਨ ਲਵਿੰਗ ਪਲਾਂਟਸ, ਜਿਹੜੇ ਸਨ 'ਚ ਗਰੋ ਕਰਦੇ ਆ, ਲਾਈਟ ਸਨਲਾਈਟ 'ਚ। ਸਾਇਓ ਮੀਨਸ ਸ਼ੇਡੀ ਪਲਾਂਟਸ, ਜਿਹੜੇ ਸ਼ੇਡ 'ਚ ਗਰੋ ਕਰਦੇ ਆ। ਹੁਣ ਸ਼ੇਡ 'ਚ ਇਹ ਵੀ ਹੋ ਸਕਦਾ ਹੈ ਕਿ ਕਈਆਂ ਦੀ ਲੀਵਸ ਵਗੈਰਾ ਰਾਤ ਨੂੰ ਉਹ ਹੋਣ, ਰਾਤ ਨੂੰ ਓਪਨ ਕਰਨ, ਜਾਂ ਕਈਆਂ ਦੀ ਲੀਵਸ ਜਿਹੜੀਆਂ ਰਾਤ ਨੂੰ ਮੁਰਝਾ ਜਾਂਦੀਆਂ ਆ। ਕਈਆਂ ਦੇ ਫਲਾਵਰਸ ਲਾਈਟ ਦੇ ਵਿੱਚ ਹੀ ਸਿਰਫ ਫਲਾਰਿੰਗ ਹੁੰਦੀ ਹੈ ਕਈ ਪਲਾਂਟਸ ਦੇ ਵਿੱਚ, ਜਾਂ ਫਲਾਰ ਓਪਨ ਹੁੰਦੇ। ਬਰਡਸ ਕਲੀਆਂ ਜਿਹੜੀਆਂ ਖਿਲਦੀਆਂ ਆ ਉਹ ਮਾਰਨਿੰਗ 'ਚ ਖਿਲਦੀਆਂ ਆ, ਕਈਆਂ ਦੇ ਰਾਤ ਨੂੰ ਖਿਲਦੀਆਂ ਆ। ਸੋ ਇਹ ਡਿਪੈਂਡ ਕਰੂਗਾ ਲਾਈਟ ਇੰਟੈਂਸਿਟੀ ਦੇ ਉੱਪਰ। ਤੁਸੀਂ ਇੱਕ ਅੱਧਾ ਐਗਜ਼ਾਮਪਲ ਯਾਦ ਕਰ ਲਿਓ ਸਨ ਪਲਾਂਟ ਦਾ, ਔਰ ਇੱਕ ਅੱਧਾ ਐਗਜ਼ਾਮਪਲ ਯਾਦ ਰੱਖ ਲਿਓ ਸਾਇਓਫਾਈਟਸ, ਸ਼ੇਡ ਪਲਾਂਟ। ਸ਼ੇਡ ਦਾ ਤਾਂ ਇਸ ਤੋਂ ਯਾਦ ਰੱਖ ਲਿਓ, ਦੋਨੋਂ ਈਜ਼ੀ ਆ। ਇਹ ਹੀਲੀਓਫਾਈਟਸ ਦੀ ਜੇ ਅਸੀਂ ਗੱਲ ਕਰੀਏ ਤਾਂ ਇਹ ਦੋ ਤਰ੍ਹਾਂ ਦੇ ਹੁੰਦੇ ਆ, ਆਬਲੀਗੇਟ ਹੀਲੀਓਫਾਈਟਸ ਅਤੇ ਫੈਕਲਟੇਟਿਵ ਹੀਲੀਓਫਾਈਟਸ। ਹੁਣ ਜਿਹੜੇ ਪਲਾਂਟਸ ਸਨਲਾਈਟ ਦੇ ਵਿੱਚ ਗਰੋ ਕਰਦੇ ਆ ਔਰ ਫੇਲ ਟੂ ਗਰੋ ਇਨ ਸ਼ੇਡ, ਮਤਲਬ ਉਹਨਾਂ ਨੂੰ ਪ੍ਰੋਪਰ ਸਨਲਾਈਟ ਹੀ ਚਾਹੀਦੀ ਆ ਔਰ ਸ਼ੇਡ 'ਚ ਬਿਲਕੁਲ ਵੀ ਗਰੋ ਨਹੀਂ ਕਰ ਸਕਦੇ ਹੈਗੇ, ਉਹ ਤਾਂ ਹੋ ਗਏ ਆਬਲੀਗੇਟ ਹੀਲੀਓਫਾਈਟਸ। ਅਤੇ ਇਹਨਾਂ ਦੇ ਆਪੋਜ਼ਿਟ ਹੁਣ ਦੋਜ਼ ਵਿੱਚ ਗਰੋ ਇਨ ਸਨਲਾਈਟ ਅਤੇ ਟੋਲਰੇਟ ਕਰ ਸਕਦੇ ਆ ਵੇਰੀਅਸ ਡਿਗਰੀ ਆਫ ਸ਼ੇਡ, ਉਹਨੂੰ ਆਪਾਂ ਕਹਿ ਦਿੰਦੇ ਹਾਂ ਫੈਕਲਟੇਟਿਵ ਸਾਇਓਫਾਈਟਸ। ਇਸੇ ਤਰ੍ਹਾਂ ਸਾਇਓਫਾਈਟਸ ਵੀ ਦੋ ਤਰ੍ਹਾਂ ਦੇ ਹੋਣਗੇ, ਆਬਲੀਗੇਟ ਸਾਇਓਫਾਈਟ ਅਤੇ ਫੈਕਲਟੇਟਿਵ ਹੀਲੀਓਫਾਈਟਸ। ਫਿਰ ਜੇ ਅਸੀਂ ਅੱਗੇ ਫੋਟੋ ਪੀਰੀਓਡਿਜ਼ਮ ਪਤਾ ਆ, ਤੁਸੀਂ ਪੜ੍ਹਿਆ ਹੋਇਆ ਆ। ਫੋਟੋ ਪੀਰੀਓਡਿਜ਼ਮ ਕੀ ਹੈ ਬੇਟਾ? ਇਹ ਇੱਕ ਫਿਜ਼ੀਓਲੋਜੀਕਲ ਫਿਨੋਮੀਨਾ ਆ ਜਿਹਦੇ ਵਿੱਚ ਚੇਂਜਸ ਹੁੰਦੀਆਂ ਆ ਪਲਾਂਟਸ ਦੇ ਵਿੱਚ ਇਨ ਰਿਸਪੌਂਸ ਟੂ ਲੈਂਥ ਆਫ ਡੇ ਐਂਡ ਨਾਈਟ, ਜਾਂ ਅਸੀਂ ਕਹਿ ਸਕਦੇ ਹਾਂ ਲਾਈਟ ਪੀਰੀਅਡ ਕਿੰਨਾ ਕੁ ਮਿਲਦਾ ਆ ਪਲਾਂਟਸ ਨੂੰ, ਉਹਦੇ ਅਕੋਰਡਿੰਗ ਫਿਜ਼ੀਓਲੋਜੀਕਲ ਚੇਂਜਸ ਜਿਹੜੀਆਂ ਪਲਾਂਟਸ ਹੁੰਦੇ ਆ ਉਹਨੂੰ ਆਪਾਂ ਕਹਿੰਦੇ ਹਾਂ ਫੋਟੋ ਪੀਰੀਓਡਿਜ਼ਮ। ਗਾਰਨਰ ਔਰ ਅਲਾਰਡ ਸੀਗੇ ਜਿਨ੍ਹਾਂ ਨੇ ਇਹ ਸਟੱਡੀ ਕੀਤਾ ਸੀ 1920 'ਚ, ਪਲਾਂਟਸ ਦਾ ਰਿਸਪੌਂਸਿਸ ਟੂ ਫੋਟੋ ਪੀਰੀਅਡਸ। ਫਲਾਰਿੰਗ ਦੇਖੀ ਸੀ ਉਹਨਾਂ ਨੇ ਅਕੋਰਡਿੰਗ ਟੂ ਫੋਟੋ ਪੀਰੀਅਡ ਪਲਾਂਟਸ ਦੇ ਵਿੱਚ। ਹੁਣ ਫਲਾਰਿੰਗ 'ਚ ਇਹਦਾ ਜਿੱਦਾਂ ਬਰਡ ਡੋਰਮੈਂਸੀ ਹੋ ਗਈ ਜਾਂ ਵੈਜੀਟੇਟਿਵ ਹੈਬਿਟ ਦੇਖੀਆਂ ਜਿਹੜੀਆਂ ਪਲਾਂਟਸ ਦੇ ਵਿੱਚ, ਟਿਊਬਰਾਈਜੇਸ਼ਨ ਪੋਟੈਟੋ ਦੇ ਵਿੱਚ, ਬਲਬ ਫਾਰਮੇਸ਼ਨ, ਲੀਫ ਫਾਲ ਡੈਸੀਡਿਊਸ ਟਰੀਜ਼ ਦੇ ਵਿੱਚ, ਡਾਰਕ ਕਾਰਬਨ ਡਾਈਆਕਸਾਈਡ ਫਿਕਸੇਸ਼ਨ ਐਕਟੀਵਿਟੀ ਸਕੂਲੈਂਟ ਪਲਾਂਟਸ ਦੇ ਵਿੱਚ। ਤਾਂ ਇਹ ਸਾਰੇ ਪ੍ਰੈਕਟੀਕਲੀ ਕੀਤੇ ਸੀਗੇ ਇਹਨਾਂ ਨੇ, ਜਿਹਦੇ ਵਿੱਚ ਦੇਖਿਆ ਸੀਗਾ ਫੋਟੋ ਪੀਰੀਅਡ ਸਟੱਡੀ ਕਰਕੇ ਕਿ ਕੀ ਇਫੈਕਟ ਪੈਂਦਾ ਆ ਪਲਾਂਟਸ 'ਤੇ। ਦੈਨ ਇਹ ਸਟੱਡੀ ਨਾਲ ਉਹਨਾਂ ਨੇ ਕਈ ਤਰ੍ਹਾਂ ਦੇ ਪਲਾਂਟਸ ਨੂੰ
5 ਕੈਟਾਗਰੀਜ਼ 'ਚ ਕਲਾਸੀਫਾਈ ਕੀਤਾ ਸੀਗਾ ਇਫੈਕਟ ਆਫ ਫੋਟੋ ਪੀਰੀਅਡਸ ਔਨ ਫਲਾਵਰਿੰਗ ਦੇ ਬੇਸਿਸ 'ਤੇ। ਫਸਟ ਸੀਗਾ ਲੌਂਗ ਡੇ ਪਲਾਂਟਸ। ਲੌਂਗ ਡੇ ਪਲਾਂਟਸ ਕੀ ਹੁੰਦੇ ਆ? ਉਹ ਪਲਾਂਟਸ ਜਿਨ੍ਹਾਂ ਦੇ ਵਿੱਚ ਫਲਾਵਰਿੰਗ ਹੁੰਦੀ ਆ ਅੰਡਰ ਫੋਟੋ ਪੀਰੀਅਡ, ਮਤਲਬ ਲਾਈਟ ਪੀਰੀਅਡ ਆਫ ਮੋਰ ਦੈਨ ਕ੍ਰਿਟੀਕਲ ਡੇ ਲੈਂਥ। ਇੱਦਾਂ ਦੇ ਪਲਾਂਟਸ ਨੂੰ ਕੋਈ ਡਾਰਕ ਕੰਡੀਸ਼ਨ ਨਹੀਂ ਚਾਹੀਦੀ, ਕੰਟੀਨਿਊਸ ਡਾਰਕ ਕੰਡੀਸ਼ਨ ਨਹੀਂ ਚਾਹੀਦੀ ਹੈਗੀ ਫਲਾਵਰਿੰਗ ਕਰਨ ਲਈ। ਮਤਲਬ ਲਾਈਟ ਪੀਰੀਅਡ ਤੁਸੀਂ ਕੰਟੀਨਿਊਸ ਦੇ ਸਕਦੇ ਆ ਜਿੰਨਾ ਉਹਨੂੰ ਚਾਹੀਦਾ ਆ, ਡਾਰਕ ਨਹੀਂ ਵੀ ਮਿਲਿਆ ਤਾਂ ਵੀ ਇੱਦਾਂ ਦੇ ਪਲਾਂਟਸ ਦੇ ਵਿੱਚ ਫਲਾਵਰਿੰਗ ਹੋ ਜਾਂਦੀ ਆ। ਫੋਰ ਐਗਜ਼ਾਮਪਲ ਜਿੱਦਾਂ ਓਟ ਹੋ ਗਿਆ। ਫਿਰ ਸ਼ਾਰਟ ਡੇ ਪਲਾਂਟਸ, ਇਹ ਪਲਾਂਟਸ ਜਿਹੜੇ ਆ ਇਹਨਾਂ ਦੇ ਵਿੱਚ ਇਹਨਾਂ ਨੂੰ ਕੁਛ ਮਤਲਬ ਡਾਰਕ ਕੰਡੀਸ਼ਨਸ ਚਾਹੀਦੀਆਂ ਹੁੰਦੀਆਂ ਆ। ਸ਼ਾਰਟ ਡੇਜ਼ ਅਸੀਂ ਕਹਿ ਸਕਦੇ ਹਾਂ, ਫੋਲੋਡ ਬਾਈ ਲੌਂਗ ਡੇਜ਼ ਫॉर ਫਲਾਵਰਿੰਗ। ਦੋਨੋਂ ਤਰ੍ਹਾਂ ਦਾ ਟਰੀਟਮੈਂਟ ਚਾਹੀਦਾ ਆ, ਸ਼ਾਰਟ ਵੀ ਚਾਹੀਦੇ ਆ ਅਤੇ ਲੌਂਗ ਡੇਜ਼ ਵੀ ਚਾਹੀਦੇ ਆ, ਤਾਂ ਹੀ ਇਹਨਾਂ 'ਚ ਫਲਾਵਰਿੰਗ ਹੋਏਗੀ। ਮੀਨਸ ਪਹਿਲਾਂ ਇਹਨਾਂ ਨੂੰ ਸ਼ਾਰਟ ਡੇਜ਼ ਹੁਣ ਕਿਹੜੇ ਹੋ ਗਏ? ਜਿੱਦਾਂ ਸਰਦੀਆਂ ਦੇ। ਲੌਂਗ ਡੇਜ਼ ਕਿਹੜੇ ਹੋ ਗਏ? ਵਿੰਟਰਸ ਦੇ। ਤਾਂ ਥੋੜ੍ਹੇ ਦਿਨ ਇਹਨਾਂ ਨੂੰ ਸ਼ਾਰਟ ਟਰੀਟਮੈਂਟ ਚਾਹੀਦਾ ਆ, ਠੰਡ ਦਾ ਟਰੀਟਮੈਂਟ ਚਾਹੀਦਾ ਆ। ਦੈਨ ਫਿਰ ਲੌਂਗ ਡੇਜ਼ ਮਤਲਬ ਲਾਈਟ, ਡਾਰਕ ਔਰ ਲਾਈਟ ਅਸੀਂ ਇੱਥੇ ਕਰਾਂਗੇ, ਠੰਡ ਨਹੀਂ। ਦੈਨ ਹੈਗੇ ਆ ਲੌਂਗ ਸ਼ਾਰਟ ਡੇ ਪਲਾਂਟਸ। ਕੁਝ ਪਲਾਂਟਸ ਨੂੰ ਫਲਾਵਰਿੰਗ ਜਿਹੜੀ ਆ ਉਦੋਂ ਹੀ ਹੁੰਦੀ ਆ ਪਲਾਂਟਸ ਦੇ ਵਿੱਚ ਜਦੋਂ ਉਹ ਲੌਂਗ ਡੇ ਪਹਿਲਾਂ ਉਹਨਾਂ ਨੂੰ ਚਾਹੀਦੇ ਹੁੰਦੇ ਆ, ਫੋਲੋਡ ਬਾਈ ਸ਼ਾਰਟ ਡੇਜ਼, ਮਤਲਬ ਉੱਪਰ ਵਾਲਿਆਂ ਤੋਂ ਉਲਟਾ। ਲੌਂਗ ਡੇਜ਼ 'ਚ ਲੌਂਗ ਸ਼ਾਰਟ ਡੇ ਪਲਾਂਟਸ ਦੇ ਵਿੱਚ ਫਲਾਵਰਿੰਗ ਉਦੋਂ ਹੁੰਦੀ ਆ ਜਦੋਂ ਪਲਾਂਟਸ ਨੂੰ ਪਹਿਲਾਂ ਲੌਂਗ ਡੇ ਟਰੀਟਮੈਂਟ ਦਿੰਦੇ ਆ, ਦੈਨ ਸ਼ਾਰਟ ਡੇ। ਮਤਲਬ ਪਹਿਲਾਂ ਲਾਈਟ ਟਰੀਟਮੈਂਟ ਦਿੰਦੇ ਆ, ਫਿਰ ਥੋੜ੍ਹਾ ਜਿਹਾ ਡਾਰਕ ਟਰੀਟਮੈਂਟ ਦਿੰਦੇ ਆ, ਤਾਂ ਉਹਨਾਂ ਦੇ ਵਿੱਚ ਫਲਾਵਰਿੰਗ ਜਿਹੜੀ ਆ ਉਹ ਹੁੰਦੀ ਆ ਅਤੇ ਫਲਾਵਰਸ ਜਿਹੜੇ ਆ ਉਹ ਬਲੌਸਮ ਵੀ ਕਰਦੇ ਆ। ਜਿੱਦਾਂ ਜੈਸਮਿਨ ਹੋ ਗਈ ਹੈ ਨਾ, ਪਹਿਲਾਂ ਲਾਈਟ, ਫਿਰ ਰਾਤ ਨੂੰ ਜਦੋਂ ਸ਼ਾਮ ਹੁੰਦੀ ਆ ਤਾਂ ਉਹਦੇ ਵਿੱਚ ਫਲਾਵਰਸ ਆ ਜਾਂਦੇ ਆ, ਰਾਤ ਕੀ ਰਾਣੀ ਜਿਹਨੂੰ ਕਹਿੰਦੇ ਆ। ਦੈਨ ਡੇ ਨਿਊਟਰਲ ਪਲਾਂਟਸ। ਹੁਣ ਨਿਊਟਰਲ ਤੋਂ ਕਲੀਅਰ ਆ, ਇੱਦਾਂ ਦੇ ਪਲਾਂਟਸ ਜਿਨ੍ਹਾਂ ਨੂੰ ਨਾ ਤਾਂ ਸਪੈਸੀਫਿਕ ਕੋਈ ਸਪੈਸੀਫਿਕ ਫੋਟੋ ਪੀਰੀਅਡ ਨਹੀਂ ਚਾਹੀਦਾ ਹੁੰਦਾ ਫਲਾਵਰ ਲਈ। ਇਹਨਾਂ ਦੇ ਵਿੱਚ ਜਿੱਦਾਂ 24 ਘੰਟਿਆਂ 'ਚ ਭਾਵੇਂ ਅਨਇੰਟਰਪਟਡ ਅਨਡਿਸਟਰਬਡ ਲਾਈਟ ਪੀਰੀਅਡ ਹੀ ਇਹਨਾਂ ਨੂੰ ਮਿਲਦਾ ਰਹੇ। ਇਹਨਾਂ ਨੂੰ ਅਸੀਂ ਫੋਟੋ ਨਿਊਟਰਲ ਜਾਂ ਇੰਟਰਮੀਡੀਏਟ ਪਲਾਂਟਸ ਵੀ ਕਹਿੰਦੇ। ਟੋਮੈਟੋ, ਪੀਪਰ, ਕਾਟਨ, ਇਹਨਾਂ ਨੂੰ ਜਿੱਦਾਂ ਦਾ ਮਰਜ਼ੀ ਟਰੀਟਮੈਂਟ ਮਿਲ ਜਾਏ, ਲਾਈਟ ਹੀ ਚਾਹੇ ਮਿਲੀ ਜਾਵੇ, ਤਾਂ ਵੀ ਇਹਨਾਂ ਦੇ ਵਿੱਚ ਫਲਾਵਰਿੰਗ ਜਿਹੜੀ ਆ ਹੋ ਜਾਣੀ ਆ। ਤਾਂ ਇਸ ਤਰ੍ਹਾਂ ਹੁਣ ਫੋਟੋ ਪੀਰੀਅਡਸ ਵੀ, ਇਹ ਵੀ ਤੁਹਾਨੂੰ ਪਤਾ ਹੀ ਹੈ, ਜਿੱਦਾਂ ਆਪਾਂ ਟੈਂਪਰੇਚਰ 'ਚ ਪੜ੍ਹਿਆ ਸੀਗਾ ਕਿ ਗਲੋਬ ਆ, ਪੋਲਸ, ਇਕੁਏਟਰ ਹੈ ਨਾ, ਟ੍ਰਾਂਜ਼ੀਸ਼ਨ ਏਰੀਆਜ਼ ਜਿਹੜੇ ਸੈਂਟਰ ਵਾਲੇ ਆ, ਹਰ ਜਗ੍ਹਾ ਅਲੱਗ-ਅਲੱਗ ਲਾਈਟ ਪਹੁੰਚਦੀ ਆ ਅਤੇ ਅਲੱਗ-ਅਲੱਗ ਤਰ੍ਹਾਂ ਦਾ ਡਿਸਟਰੀਬਿਊਸ਼ਨ ਆਫ ਪਲਾਂਟਸ ਹੋਏਗਾ। ਫਿਰ ਇੱਕ ਛੋਟਾ ਜਿਹਾ ਟੌਪਿਕ ਹੈਗਾ ਆ ਮੇਜਰਮੈਂਟ ਆਫ ਲਾਈਟ ਇੰਟੈਂਸਿਟੀ। ਤਾਂ ਬੇਟਾ ਲਾਈਟ ਇੰਟੈਂਸਿਟੀ ਜਿਹੜੀ ਆ ਉਹ ਆਪਾਂ ਲਕਸ ਮੀਟਰ ਨਾਲ, ਆ ਇੱਧਰ ਡਾਇਗਰਾਮ ਹੈ, ਲਕਸ ਮੀਟਰ ਅਤੇ ਡਿਸਕ, ਸਾਚੀ ਡਿਸਕ ਨਾਲ ਆਪਾਂ ਮੇਜਰ ਕਰਦੇ ਹਾਂ। ਹੁਣ ਲਕਸ ਮੀਟਰ ਦੇ ਵਿੱਚ ਕੀ ਹੁੰਦਾ ਆ? ਦੇਖੋ, ਇਹਦੇ ਵਿੱਚ ਇੱਕ ਫੋਟੋ ਇਲੈਕਟ੍ਰਿਕ ਸੈੱਲ ਆ, ਇੱਕ ਐਂਪਰੀਮੀਟਰ ਆ, ਔਰ ਜਿਹੜਾ ਫੋਟੋ ਇਲੈਕਟ੍ਰਿਕ ਸੈੱਲ ਆ ਉਹਦੇ ਵਿੱਚ ਇੱਕ ਫਿਲਟਰ ਆ, ਉਹਦੀ ਡਿਗਰੀ ਨੋਨ ਹੁੰਦੀ ਆ, ਤਾਂ ਕਿ ਉਹਦਾ ਫੰਕਸ਼ਨ ਕੀ ਹੁੰਦਾ? ਟੂ ਪ੍ਰੋਟੈਕਟ ਦਾ ਇੰਸਟਰੂਮੈਂਟ ਅਗੇਂਸਟ ਡਾਇਰੈਕਟ ਸਨਲਾਈਟ। ਉਹਨੇ ਇੰਸਟਰੂਮੈਂਟ ਨੂੰ ਫਿਲਟਰ ਨੇ ਬਚਾਉਣਾ ਹੁੰਦਾ ਆ। ਫੋਟੋ ਇਲੈਕਟ੍ਰਿਕ ਸੈੱਲ ਦੇ ਦੇ ਵਿੱਚ ਲਾਈਟ ਆਉਂਦੀ ਆ ਔਰ ਉਹ ਇਲੈਕਟ੍ਰਿਕ ਕਰੰਟ ਉੱਥੇ ਜਨਰੇਟ ਹੁੰਦਾ ਆ, ਉਹ ਇਲੈਕਟ੍ਰਿਕ ਕਰੰਟ ਪਾਸ ਹੁੰਦਾ ਆ ਟੂ ਐਂਪਰੀਮੀਟਰ, ਔਰ ਜਿਹੜਾ ਪੁਆਇੰਟਰ ਆ ਇਹ ਪੁਆਇੰਟਰ ਮੂਵ ਕਰਦਾ ਆ, ਮੂਵ ਕਰੂਗਾ ਸਕੇਲ 'ਤੇ ਲਕਸ, ਇਹਦੇ ਅਸੀਂ ਕੈਲੀਬਰੇਟ ਇਹਨੂੰ ਕਰਾਂਗੇ ਐਸ ਅ ਲਕਸ ਯੂਨਿਟ।
ਤੇ ਜਿੰਨਾ ਇਹ ਇੱਥੋਂ ਮੂਵ ਕੀਤਾ ਉਨੀ ਉਹਦੀ ਲਾਈਟ ਇੰਟੈਂਸਿਟੀ ਆ ਜਿਹੜੀ ਪਲਾਂਟਸ 'ਤੇ ਪੈ ਰਹੀ ਆ ਜਾਂ ਉਸ ਦਿਨ ਦੀ ਲਾਈਟ ਇੰਟੈਂਸਿਟੀ। ਠੀਕ ਹੈ, ਆ ਫੋਟੋ ਇਲੈਕਟ੍ਰਿਕ ਸੈੱਲ ਆ, ਇੱਥੇ ਸਨਲਾਈਟ ਆਊਗੀ, ਇਲੈਕਟ੍ਰਿਕ ਕਰੰਟ ਪ੍ਰੋਡਿਊਸ ਹੋਣਾ ਆ। ਇਹ ਇਲੈਕਟ੍ਰਿਕ ਕਰੰਟ ਇੱਥੇ ਮੂਵ ਕਰਨਾ ਆ ਐਂਪਰੀਮੀਟਰ 'ਚ। ਐਂਪਰੀਮੀਟਰ ਜਿਹੜਾ ਆ ਆਹ ਪੁਆਇੰਟਰ ਜਿਹੜਾ ਆ ਉਹ ਮੂਵ ਕਰਨਾ ਆ, ਜਿੰਨਾ ਮੂਵ ਕਰੂਗਾ ਉਹ ਇੱਥੇ ਲਕਸ ਯੂਨਿਟ ਹੁੰਦੀ ਆ, ਕੈਲੀਬ੍ਰੇਟਡ ਐਸ ਲਕਸ ਯੂਨਿਟ, ਤੇ ਓਨੇ ਲਕਸ ਜਿਹੜੀ ਆ ਲਾਈਟ ਇੰਟੈਂਸਿਟੀ ਹੋਏਗੀ। ਅਗਲੀ ਜਿਹੜੀ ਹੈਗੀ ਆ ਸਾਚੀ ਡਿਸਕ। ਸਾਚੀ ਡਿਸਕ ਆ ਦੇਖੋ, ਜਿੱਦਾਂ ਥਰੋ ਡਿਸਕ ਪਲੇਅਰਸ ਨਹੀਂ ਖੇਲਦੇ ਹੈਗੇ, ਇਸ ਤਰ੍ਹਾਂ ਦੀ ਡਿਸਕ ਹੁੰਦੀ ਆ ਰਾਊਂਡਡ। ਇਹਦੇ ਵਿੱਚ ਆਹ ਵਾਈਟ ਔਰ ਡਾਰਕ ਪੈਚਸ ਹੁੰਦੇ ਆ, ਸੈਂਟਰ ਦੇ ਵਿੱਚ ਹੋਲ ਹੁੰਦਾ ਆ, ਹੋਲ ਤੋਂ ਇੱਕ ਸਟਰਿੰਗ, ਹਾਰਡ ਸਟਰਿੰਗ ਜਿਹਨੂੰ ਅਸੀਂ ਕਹਿੰਦੇ ਆ, ਉਹ ਨਿਕਲਿਆ ਹੁੰਦਾ ਆ। ਤੇ ਸਟਰਿੰਗ 'ਤੇ ਦੇਖੋ ਆਹ ਮਾਰਕਡ ਹੈਗੇ ਆ, ਇੱਕ ਤਰ੍ਹਾਂ ਦੀ ਸਕੇਲ ਹੁੰਦੀ ਆ ਔਰ ਰੀਡਿੰਗ ਇੱਥੋਂ ਹੀ ਡਾਇਰੈਕਟ ਸੈਂਟੀਮੀਟਰਸ 'ਚ ਲਈ ਜਾਂਦੀ ਆ। ਇਹਨੂੰ ਕੀ ਕਰਦੇ ਆ, ਪੌਂਡ ਆ, ਜਿੱਦਾਂ ਪੌਂਡ ਆ, ਪਾਣੀ 'ਚ ਉਤਾਰ ਦਿੰਦੇ ਆ, ਉਦੋਂ ਤੱਕ ਉਤਾਰਦੇ। ਇਹਦਾ ਲੈਵਲ ਐ ਆ ਕਿ ਜਿੱਥੇ ਪਾਣੀ, ਇਹਨੂੰ ਇੰਨਾ ਕੁ ਥੱਲੇ ਪਾਉਣਾ ਆ ਪਾਣੀ 'ਚ ਕਿ ਤੁਹਾਨੂੰ ਡਿਸਟਿੰਕਸ਼ਨ ਖ਼ਤਮ ਹੋ ਜਾਵੇ ਵਾਈਟ ਔਰ ਬਲੈਕ ਪਾਰਟ ਦੀ। ਜਿੱਥੇ ਵਾਈਟ ਔਰ ਬਲੈਕ ਪਾਰਟ ਪਾਣੀ ਦੇ ਅੰਦਰ ਇੱਕੋ ਜਿਹੇ ਦਿਖਣ ਲੱਗ ਪੈਣ, ਓਨੇ ਲੈਵਲ 'ਤੇ ਆਪਾਂ ਪਹਿਲਾਂ ਇਹਨੂੰ ਉਤਾਰਦੇ ਹਾਂ। ਆਹ ਸਨੀ ਡੇ ਨੂਨ 'ਚ ਇਹ ਪ੍ਰੈਕਟੀਕਲ ਜ਼ਿਆਦਾ ਕਰਦੇ ਆ। ਤੇ ਉਹ ਰੀਡਿੰਗ ਇਹ ਹੋ ਗਈ। ਫਿਰ ਡਿਸਕ ਨੂੰ ਥੋੜ੍ਹਾ ਜਿਹਾ ਉੱਪਰ ਚੱਕਣਾ ਆ, ਉਸ ਡੈਪਥ ਤੱਕ ਲੈ ਕੇ ਆਉਣਾ ਆ ਜਿੱਥੇ ਉਹ ਡਿਸਟਿੰਕਸ਼ਨ ਦੁਬਾਰਾ ਰੀਅਪੀਅਰ ਹੋ ਜਾਏ। ਮਤਲਬ ਪਹਿਲਾਂ ਇੰਨਾ ਥੱਲੇ ਲੈ ਕੇ ਜਾਣਾ ਆ ਪਾਣੀ ਦੇ ਅੰਦਰ ਕਿ ਵਾਈਟ ਔਰ ਬਲੈਕ ਕਲਰ ਤੁਹਾਨੂੰ ਦਿਖੇ ਹੀ ਨਾ, ਉਹ ਰੀਡਿੰਗ ਨੋਟ ਕਰ ਲੈਣੀ ਆ। ਫਿਰ ਉਹਨੂੰ ਉੱਪਰ ਚੱਕਣਾ ਆ, ਉਸ ਲੈਵਲ 'ਤੇ ਲੈ ਕੇ ਆਉਣਾ ਆ ਪਾਣੀ 'ਚ ਹੀ ਜਿੱਥੇ ਤੁਹਾਨੂੰ ਬਲੈਕ ਔਰ ਵਾਈਟ ਕਲਰ ਫਿਰ ਤੇ ਦਿਖਣੇ ਸ਼ੁਰੂ ਹੋ ਜਾਣਾ। ਉਹ B ਰੀਡਿੰਗ ਹੋ ਗਈ। ਫਾਰਮੂਲਾ ਨੀਚੇ ਦਿੱਤਾ ਹੀ ਹੋਇਆ ਆ, A+B/2। ਇਹਦੇ ਵਿੱਚ ਸ਼ਾਇਦ ਕੱਟ ਗਿਆ ਆ ਫਾਰਮੂਲਾ। ਫਾਰਮੂਲਾ ਬੇਟਾ ਲਿਖ ਲਿਓ, ਇੱਥੇ ਮੈਂ ਤੁਹਾਨੂੰ ਲਿਖ ਦਿੰਦੀ ਹਾਂ, A+B/2। ਇਹ ਫਾਰਮੂਲਾ ਆ, ਇਹਦੇ ਨਾਲ ਤੁਸੀਂ ਕੈਲਕੂਲੇਟ ਕਰ ਸਕਦੇ ਹਾਂ ਡਿਸਟੈਂਸ ਆਫ ਲਾਈਟ ਪੈਨੀਟ੍ਰੇਸ਼ਨ ਬਾਈ ਯੂਜ਼ਿੰਗ ਦਿਸ ਫਾਰਮੂਲਾ A+B/2। ਇਹਦੇ ਨਾਲ ਸਾਡਾ ਇਹ ਵਾਲਾ ਟੌਪਿਕ ਲਾਈਟ ਦਾ ਖ਼ਤਮ ਹੋ ਗਿਆ। ਹੁਣ ਆਪਾਂ ਸਟਾਰਟ ਕਰਦੇ ਹਾਂ ਨੈਕਸਟ ਫੈਕਟਰ। ਪੜ੍ਹ ਲਿਓ, ਨਹੀਂ ਸਮਝ ਆਇਆ ਤਾਂ ਦੁਬਾਰਾ ਪੁੱਛ ਲਿਓ।